ਹੈਲੋ ਐਵਰੀਵਨ, ਅੱਜ ਮੈਂ ਸਾਇੰਸ ਦਾ ਟੌਪਿਕ ਮੈਟਲਸ ਐਂਡ ਨੋਨ ਮੈਟਲਸ ਧਾਤਾਂ ਦੀਆਂ ਧਾਤਾਂ ਕਰਵਾ ਰਹੀ ਹਾਂ। ETT 6635 ਪੋਸਟਾਂ ਦੇ ਮੈਂ ਇੱਕ ਟੌਪਿਕ ਕਵਰ ਕਰਵਾਤਾ ਐਟਮ ਐਂਡ ਮੋਲੀਕਿਊਲਸ। ਉਸ ਤੋਂ ਬਾਅਦ ਮੈਂ ਨੈਕਸਟ ਮੈਟਲਸ ਐਂਡ ਨੋਨ ਮੈਟਲਸ ਕਰਵਾ ਰਹੀ ਹਾਂ। ਧਾਤਾਂ ਦੀਆਂ ਧਾਤਾਂ ਕੀ ਹੁੰਦੀਆਂ ਨੇ? ਫਸਟ ਆਫ ਆਲ ਜਿਹੜੀਆਂ ਧਾਤਾਂ ਹੁੰਦੀਆਂ ਨੇ ਸਾਰੀਆਂ ਸੋਲਿਡ ਹੁੰਦੀਆਂ ਨੇ ਐਟ ਆਰਡੀਨਰੀ ਟੈਂਪਰੇਚਰ, ਯਾਨੀ ਕਿ ਇਹ ਠੋਸ ਹੁੰਦੀਆਂ ਨੇ। ਅਤੇ ਨੋਨ ਮੈਟਲ ਤਿੰਨੋਂ ਸਟੇਟ ਦੇ ਵਿੱਚ ਐਗਜ਼ਿਸਟ ਕਰਦੀਆਂ ਨੇ, ਯਾਨੀ ਕਿ ਠੋਸ ਵੀ ਹੋ ਸਕਦੀਆਂ, ਦ੍ਰਵ ਵੀ ਹੋ ਸਕਦੀਆਂ ਨੇ ਅਤੇ ਗੈਸ ਵੀ ਹੋ ਸਕਦੀਆਂ ਨੇ। ਤਾਂ ਆਈ ਹੋਪ ਪਹਿਲਾ ਪੁਆਇੰਟ ਸਭ ਨੂੰ ਕਲੀਅਰ ਹੈ। ਅਤੇ ਇਹਦੇ ਵਿੱਚ ਮਰਕਰੀ ਕੀ ਹੁੰਦੀ ਹੈ? ਇਕੱਲੀ ਲਿਕੁਇਡ ਹੁੰਦੀ ਹੈ, ਯਾਨੀ ਕਿ ਇਕੱਲੀ ਮਰਕਰੀ ਇੱਕ ਇੱਦਾਂ ਦੀ ਧਾਤ ਆ ਜਿਹੜੀ ਆਪਾਂ ਨੂੰ ਕੀ ਆ ਲਿਕੁਇਡ ਫੋਰਮ ਦੇ ਵਿੱਚ ਮਿਲਦੀ ਆ। ਨੈਕਸਟ ਇਹਦੀ ਸੈਕਿੰਡ ਪ੍ਰੋਪਰਟੀ ਕੀ ਹੈ? ਮੈਟਲਸ ਹੁੰਦੀਆਂ ਨੇ ਜਿਹੜੀਆਂ ਉਹ ਸ਼ਾਈਨ ਕਰਦੀਆਂ ਨੇ ਅਤੇ ਨੋਨ ਮੈਟਲ ਸ਼ਾਈਨ ਨਹੀਂ ਕਰਦੀਆਂ। ਦੋ ਇਹਨਾਂ ਦੀਆਂ ਐਕਸੈਪਸ਼ਨਸ ਦਿੱਤੀਆਂ ਹੋਈਆਂ ਨੇ, ਆਇਓਡੀਨ ਅਤੇ ਗ੍ਰੈਫਾਈਟ। ਦੋ ਇੱਦਾਂ ਦੀਆਂ ਧਾਤਾਂ ਨੇ, ਇਹ ਇੱਧਰਲੀ ਸਾਈਡ ਵਾਲੀਆਂ ਧਾਤਾਂ ਨੇ ਅਤੇ ਇਹ ਆਪਣੇ ਕੋਲ ਕੀ ਦਿੱਤੀਆਂ ਹੋਈਆਂ ਨੇ? ਧਾਤਾਂ। ਤਾਂ ਇਹ ਸਿਰਫ ਦੋ ਐਕਸੈਪਸ਼ਨਲ ਕੇਸਿਸ ਨੇ, ਆਇਓਡੀਨ ਐਂਡ ਗ੍ਰੇਫਾਈਟ। ਇਹ ਦੋਨੋਂ ਕੀ ਚਮਕਦੀਆਂ ਨੇ। ਨੈਕਸਟ ਇਜ਼ ਮਿਲੇਬਿਲਿਟੀ ਐਂਡ ਡਕਟਿਲਿਟੀ, ਯਾਨੀ ਕਿ ਇਹਨਾਂ ਨੂੰ ਆਪਾਂ ਹਥੌੜੇ ਨਾਲ ਕੱਟ ਕੇ ਇਹਨਾਂ ਦੀਆਂ ਤਾਰਾਂ ਬਣਾ ਸਕਦੇ ਹਾਂ। ਤਾਂ ਧਾਤਾਂ ਦੀਆਂ ਆਪਾਂ ਤਾਰਾਂ ਬਣਾ ਸਕਦੇ ਹਾਂ, ਬਟ ਇਹਨਾਂ ਦੀਆਂ ਆਪਾਂ ਨਹੀਂ ਬਣਾ ਸਕਦੇ। ਹਾਰਡਨੈਸ ਕੀ ਹੁੰਦੀ ਹੈ? ਜਿਹੜੀਆਂ ਧਾਤਾਂ ਹੁੰਦੀਆਂ ਨੇ ਸਾਰੀਆਂ ਹਾਰਡ ਹੁੰਦੀਆਂ ਨੇ, ਸਖਤ ਹੁੰਦੀਆਂ ਨੇ। ਐਗਜ਼ਾਮਪਲ ਕੀ ਹੈ ਸਾਰੀ? ਐਲਕਲੀ ਮੈਟਲ। ਜਿਹੜਾ ਆਪਣਾ ਪੀਰੀਓਡਿਕ ਟੇਬਲ ਦਿੱਤਾ ਹੋਇਆ ਉਹਦੀ ਜਿਹੜੀਆਂ ਪਹਿਲੀਆਂ ਦੋ ਰੋ ਨੇ ਇਹਨਾਂ ਨੂੰ ਕਿਹਾ ਜਾਂਦਾ ਐਲਕਲੀ ਮੈਟਲਸ, ਅਤੇ ਜਿਹੜੀ ਦੂਜਾ ਕਾਲਮ ਆ ਫਸਟ ਕਾਲਮ ਆ, ਸੈਕਿੰਡ ਜਿਹੜਾ ਮਤਲਬ ਰੋ ਦਿੱਤੀ ਹੋਈ ਆ ਇਹਦੇ ਵਿੱਚ ਹਾਈਡਰੋਜਨ ਦਿੱਤਾ ਹੋਇਆ, ਹੀਲੀਅਮ ਦਿੱਤਾ ਹੋਇਆ, ਸੋਡੀਅਮ ਦਿੱਤਾ ਹੋਇਆ। ਇਹ ਸਾਰੀਆਂ ਜਿਹੜੀਆਂ ਧਾਤਾਂ ਨੇ ਇਹ ਕੀ ਹੁੰਦੀਆਂ ਨੇ? ਇਹਨਾਂ ਨੂੰ ਕੀ ਕਿਹਾ ਜਾਂਦਾ? ਐਲਕਲੀ ਮੈਟਲਸ ਕਿਹਾ ਜਾਂਦਾ ਹੈ। ਨੋਨ ਮੈਟਲਸ ਵੀ ਕੀ ਹੁੰਦੀਆਂ ਨੇ? ਸਖਤ ਹੁੰਦੀਆਂ ਨੇ। ਐਕਸੈਪਸ਼ਨਲ ਮਤਲਬ ਇਹਨਾਂ ਦੇ ਵਿੱਚ ਸਖਤ ਵੀ ਹੁੰਦੀਆਂ ਨੇ ਅਤੇ ਸੋਫਟ ਵੀ ਹੁੰਦੀਆਂ ਨੇ। ਐਕਸੈਪਸ਼ਨ ਕੀ ਦਿੱਤੀ ਹੋਈ ਆ? ਡਾਇਮੰਡ ਇਜ਼ ਦਾ ਹਾਰਡੈਸਟ ਸਬਸਟਾਂਸ ਨੋਨ ਟੂ ਅਕਰ ਇਨ ਦਾ ਨੇਚਰ। ਜਿਹੜਾ ਡਾਇਮੰਡ ਹੁੰਦਾ ਆ ਇਹ ਕਾਰਬਨ ਦਾ ਪ੍ਰੋਡਕਟ, ਕਾਰਬਨ ਦਾ ਹੀ ਇੱਕ ਕੀ ਆ ਐਲੀਮੈਂਟ ਆ। ਅਤੇ ਇਹਦੇ ਵਿੱਚ ਹਾਰਡਨੈਸ ਦੇ ਵਿੱਚ ਐਕਸੈਪਸ਼ਨਲ ਕੇਸ ਹੁੰਦੀ ਆ ਸੋਡੀਅਮ। ਸੋਡੀਅਮ ਨੂੰ ਆਪਾਂ ਚਾਕੂ ਨਾਲ ਵੀ ਕੱਟ ਸਕਦੇ ਹਾਂ। ਡੈਂਸਿਟੀ ਕੀ ਹੁੰਦੀ ਆ? ਸੰਘਣਤਾ ਉਹ ਹੁੰਦੀ ਆ ਉਹਦਾ ਮਾਸ, ਯਾਨੀ ਕਿ ਪੁੰਜ ਬਟਾ ਜਿੰਨੀ ਆਪਣੀ ਉਹਦੀ ਕੁੱਲ ਆਇਤਨ ਦਿੱਤਾ, ਯਾਨੀ ਕਿ ਵੋਲਿਊਮ ਦਿੱਤੀ ਆ। ਤਾਂ ਧਾਤਾਂ ਦੀ ਡੈਂਸਿਟੀ ਹਾਈ ਹੁੰਦੀ ਆ ਅਤੇ ਧਾਤਾਂ ਦੀ ਡੈਂਸਿਟੀ ਲੋ ਹੁੰਦੀ ਆ। ਕੰਡਕਟੀਵਿਟੀ ਕੀ ਹੈ? ਇਹ ਆਪਦੇ ਵਿੱਚੋਂ ਇਲੈਕਟ੍ਰੀਸਿਟੀ ਨੂੰ ਵੀ ਪਾਸ ਕਰਨ ਦਿੰਦੀਆਂ ਅਤੇ ਹੀਟ ਨੂੰ ਵੀ ਪਾਸ ਕਰ ਦਿੰਦੀਆਂ। ਨੋਨ ਮੈਟਲ ਪੂਅਰ ਕੰਡਕਟਰ ਹੁੰਦੇ ਨੇ ਹੀਟ ਐਂਡ ਇਲੈਕਟ੍ਰੀਸਿਟੀ ਦੇ, ਬਟ ਐਕਸੈਪਸ਼ਨਲ ਦਿੱਤੀ ਹੋਈ ਆ ਗ੍ਰੇਫਾਈਟ। ਜਿਹੜਾ ਪੈਨਸਲ ਦਾ ਸਿੱਕਾ ਹੁੰਦਾ ਉਹ ਵੀ ਗ੍ਰੇਫਾਈਟ ਦਾ ਬਣਿਆ ਹੋਇਆ, ਜਿਹੜਾ ਕੀ ਆ ਇਲੈਕਟ੍ਰੀਸਿਟੀ ਕੰਡਕਟ ਕਰਦਾ ਆ। ਅਤੇ ਧਾਤਾਂ ਦੇ ਮੈਲਟਿੰਗ ਪੁਆਇੰਟ ਅਤੇ ਬੋਇਲਿੰਗ ਪੁਆਇੰਟ ਹਾਈ ਹੁੰਦੇ ਨੇ, ਇਹਨਾਂ ਦੇ ਮੈਲਟਿੰਗ ਪੁਆਇੰਟ ਲੋ ਹੁੰਦੇ ਨੇ। ਅਤੇ ਤਿੰਨ ਐਕਸੈਪਸ਼ਨਸ ਦਿੱਤੀਆਂ ਹੋਈਆਂ ਨੇ, ਬੋਰੋਨ, ਕਾਰਬਨ ਅਤੇ ਸਿਲੀਕੋਨ। ਇਹਨਾਂ ਦਿਨਾਂ ਦੇ ਮੈਲਟਿੰਗ ਪੁਆਇੰਟ ਅਤੇ ਬੋਇਲਿੰਗ ਪੁਆਇੰਟ ਕੀ ਹੁੰਦੇ ਨੇ? ਹਾਈ ਹੁੰਦੇ ਨੇ। ਮੈਂ ਐਕਸੈਪਸ਼ਨਲ ਕੇਸਿਸ ਦੇ ਉੱਪਰ ਸਰਕਲ ਲਗਾਏ ਹੋਏ ਨੇ, ਇਹ ਤੁਸੀਂ ਚੰਗੀ ਤਰ੍ਹਾਂ ਕਰ ਲੈਣੇ ਆ। ਨੈਕਸਟ ਆਪਣੇ ਕੋਲ ਆ ਜਾਂਦੀ ਆ ਵੈਲੈਂਸੀ ਕੀ ਹੁੰਦੀ ਆ? ਜਿਹੜੀ ਐਟਮ ਦੀ ਮੈਂ ਪਿਛਲੇ ਟੌਪਿਕ ਕਰਵਾਇਆ ਸੀ ਉਹਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਵੀ ਸਾਰਿਆਂ ਦੀ ਅਟੋਮਿਕ ਨੰਬਰ, ਪਰਮਾਣੂ ਨੰਬਰ ਯਾਦ ਕਰ ਲਓ। ਵੈਲੈਂਸੀ ਹੁੰਦੀ ਹੈ ਕਿ ਆਪਾਂ ਕਿੰਨੇ ਇਲੈਕਟ੍ਰੋਨਸ, ਜਿਵੇਂ ਮੰਨ ਲਓ ਆਪਾਂ ਨੂੰ ਪਤਾ ਵੀ ਕੇ ਸ਼ੈੱਲ ਦੇ ਵਿੱਚ 2 ਇਲੈਕਟ੍ਰੋਨਸ ਹੁੰਦੇ ਆ, ਐਲ ਸ਼ੈੱਲ ਦੇ ਵਿੱਚ 8 ਇਲੈਕਟ੍ਰੋਨਸ ਹੁੰਦੇ ਆ, ਐਮ ਸ਼ੈੱਲ ਦੇ ਵਿੱਚ 18 ਇਲੈਕਟ੍ਰੋਨਸ ਹੁੰਦੇ ਆ, ਸੇਮ ਐਨ ਸ਼ੈੱਲ ਦੇ ਵਿੱਚ ਆਪਣੇ ਕੋਲ 32 ਇਲੈਕਟ੍ਰੋਨਸ ਹੁੰਦੇ ਆ। ਤਾਂ ਆਪਾਂ ਨੂੰ ਪਤਾ ਵੀ ਆਪਾਂ ਇੱਕ ਸ਼ੈੱਲ ਦੇ ਵਿੱਚ ਇਲੈਕਟ੍ਰੋਨਸ ਭਰਦੇ ਜਾਂਦੇ ਹਾਂ। ਵੈਲੈਂਸੀ ਹੁੰਦੀ ਹੈ ਜਿਵੇਂ ਮੰਨ ਲਓ ਆਪਾਂ, ਮੈਂ ਤੁਹਾਨੂੰ ਇਗਜ਼ਾਮਪਲ ਨਾਲ ਹੀ ਸਮਝਾਉਂਗੀ। ਜਿਵੇਂ ਇਗਜ਼ਾਮਪਲ ਆ ਸੋਡੀਅਮ ਆ, ਤਾਂ ਸੋਡੀਅਮ ਦੀ ਜੇ ਆਪਾਂ ਸ਼ੈੱਲ ਦੇ ਵਿੱਚ ਲਿਖੀਏ, ਸੋਡੀਅਮ ਦਾ ਪਰਮਾਣੂ ਸੰਖਿਆ ਹੁੰਦੀ ਹੈ 11। ਪਹਿਲੀ ਸ਼ੈੱਲ ਦੇ ਵਿੱਚ 2 ਇਲੈਕਟ੍ਰੋਨ ਆ ਗਏ, ਦੂਜੀ ਸ਼ੈੱਲ ਦੇ ਵਿੱਚ 8 ਇਲੈਕਟ੍ਰੋਨ ਆ ਗਏ, ਟੋਟਲ ਹੋ ਗਏ 10। ਇੱਕ ਬਚਿਆ ਉਹ ਤੀਜੀ ਸ਼ੈੱਲ ਦੇ ਵਿੱਚ ਆ ਗਿਆ। ਹੁਣ ਵੈਲੈਂਸੀ ਦਾ ਕੀ ਮਤਲਬ ਆ? ਵੈਲੈਂਸੀ ਨੂੰ ਪੰਜਾਬੀ 'ਚ ਬੋਲਦੇ ਆ ਸੰਯੋਜਕਤਾ। ਹੁਣ ਇਹ ਜਿਹੜੇ ਸਾਰੇ ਐਲੀਮੈਂਟ ਆ ਪੀਰੀਓਡਿਕ ਟੇਬਲ ਦੇ ਵਿੱਚ, ਇਹਨਾਂ ਨੇ ਆਪਦਾ ਔਕਟੇਟ ਕੰਪਲੀਟ ਕਰਨਾ ਹੁੰਦਾ। ਔਕਟੇਟ ਦਾ ਮਤਲਬ ਕੀ ਆ? ਵੀ ਹਰੇਕ ਕੋਸ਼ਿਸ਼ ਕਰਦਾ ਉਹਦੀ ਬਾਹਰਲੀ ਸ਼ੈੱਲ ਦੇ ਵਿੱਚ 8 ਇਲੈਕਟ੍ਰੋਨਸ ਹੋਣ। ਤਾਂ ਹੁਣ ਐਮ ਵੀ ਟਰਾਈ ਕਰੂਗਾ ਕਿ ਇਹਦੀ ਮਤਲਬ ਜਿਹੜਾ ਸੋਡੀਅਮ ਹੈ ਇਹ ਵੀ ਟਰਾਈ ਕਰੂਗਾ ਇਹਦੀ ਅਖੀਰਲੀ ਸ਼ੈੱਲ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਹੋਣ? 8 ਇਲੈਕਟ੍ਰੋਨਸ ਹੋਣ। ਤਾਂ ਇੱਥੇ 8 ਪੂਰੇ ਕਰਨ ਲਈ ਇਹਨੂੰ ਕਿੰਨੇ ਹੋਰ ਚਾਹੀਦੇ ਨੇ? 7 ਹੋਰ ਚਾਹੀਦੇ ਨੇ। ਜਦੋਂ ਕਿਸੇ ਵੀ ਐਲੀਮੈਂਟ ਨੇ ਇਲੈਕਟ੍ਰੋਨ ਗੇਨ ਕਰਨੇ ਹੁੰਦੇ ਆ ਉਹਨੂੰ એનર્ਜੀ ਚਾਹੀਦੀ ਹੁੰਦੀ ਆ, ਯਾਨੀ ਕਿ ਜੇ ਉਹਦੇ ਕੋਲ એનર્ਜੀ ਹੈ ਫਿਰ ਹੀ ਉਹ ਆਪਦੇ ਇਲੈਕਟ੍ਰੋਨਸ ਦੇ ਸਕਦਾ ਜਾਂ ਲੈ ਸਕਦਾ। ਹੁਣ 7 ਇਲੈਕਟ੍ਰੋਨਸ ਲੈਣ ਲਈ ਉਹਨੂੰ ਬਹੁਤ ਜ਼ਿਆਦਾ એનર્ਜੀ ਚਾਹੀਦੀ ਆ, ਤਾਂ ਉਹ 7 ਇਲੈਕਟ੍ਰੋਨ ਨਹੀਂ ਲੈ ਸਕਦਾ। ਇਹਦੇ ਲਈ ਉਹ ਕੀ ਕਰੂਗਾ? ਮਤਲਬ 7 ਇਲੈਕਟ੍ਰੋਨ ਉਹ ਗ੍ਰਹਿਣ ਨਹੀਂ ਕਰੂਗਾ, ਉਹ ਕੀ ਕਰੂਗਾ? ਜਿਹੜਾ ਆਪਦਾ ਇਲੈਕਟ੍ਰੋਨ ਆ ਉਹ ਵੀ ਕਿਸੇ ਹੋਰ ਨੂੰ ਦੇ ਦੂਗਾ। ਯਾਨੀ ਕਿ ਇਹਦੀ ਸੰਯੋਜਕਤਾ ਕਿੰਨੀ ਆ? 1 ਸੰਯੋਜਕਤਾ ਸੋਡੀਅਮ ਦੀ।
आई होप सारिਆਂ ਨੂੰ समझ लग गया होगा भी वैलेंसी ਆਪਾਂ ਕਿੱਦਾਂ फाइंड करनी है। वैलेंस इलैक्ट्रॉन की आ ਉਹ ਵਾਲੇ ਇਲੈਕਟ੍ਰੋਨਸ ਨੇ ਜਿਹੜਾ ਇੱਕ ਐਲੀਮੈਂਟ ਜਾਂ ਤਾਂ ਲੌਸ ਕਰ ਸਕਦਾ ਹੈ ਇਲੈਕਟ੍ਰੋਨ ਜਾਂ ਕੀ ਕਰ ਸਕਦਾ ਆਪਦੇ ਆਕਟੇਟ ਕੰਪਲੀਟ ਕਰਨ ਲਈ ਗੇਨ ਕਰ ਸਕਦਾ ਆ। ਹੁਣ ਮੈਂ ਇੱਕ ਹੋਰ ਐਗਜ਼ਾਮਪਲ ਕਰਵਾਉਂਦੀ ਹਾਂ, ਜਿਵੇਂ ਮੰਨ ਲਓ ਐਗਜ਼ਾਮਪਲ ਆ ਕਲੋਰੀਨ। ਕਲੋਰੀਨ ਦੀ ਪਰਮਾਣੂ ਸੰਖਿਆ ਹੁੰਦੀ ਆ 17, ਤਾਂ ਇਹਦੇ ਵਿੱਚ 2 8 ਅਤੇ 7 ਇਹ ਬਣ ਗਏ ਕੇ ਸ਼ੈਲ ਦੇ ਵਿੱਚ 2 ਇਲੈਕਟ੍ਰੋਨ, ਐਲ ਸ਼ੈਲ ਦੇ ਵਿੱਚ 8 ਇਲੈਕਟ੍ਰੋਨ, ਐਮ ਸ਼ੈਲ ਦੇ ਵਿੱਚ 7 ਇਲੈਕਟ੍ਰੋਨ। ਹੁਣ ਇਹਨੂੰ ਆਪਦੇ 8 ਕੰਪਲੀਟ ਕਰਨ ਲਈ ਕਿੰਨੇ ਇਲੈਕਟ੍ਰੋਨ ਚਾਹੀਦੇ ਨੇ? 1 ਇਲੈਕਟ੍ਰੋਨ ਚਾਹੀਦੇ ਨੇ। ਤਾਂ ਇਹਦੀ ਵੈਲੈਂਸੀ ਕਿੰਨੀ ਆ ਗਈ? 1 ਆ ਗਈ। ਹੁਣ ਇਹ 1 ਇਲੈਕਟ੍ਰੋਨ ਗ੍ਰਹਿਣ ਕਰੂਗਾ, ਜਦੋਂ ਤੱਕ ਗ੍ਰਹਿਣ ਕਰੂਗਾ ਤਾਂ ਉਹਦੀ ਵੈਲੈਂਸੀ ਯਾਨੀ ਕਿ ਸੰਯੋਜਕਤਾ ਕੀ ਆ ਗਈ? -1। ਇਹਨੇ ਆਪਦਾ ਕੀ ਕੀਤਾ ਸੀ? ਦੂਸਰੇ ਨੂੰ ਦਿੱਤਾ ਸੀ, ਇਹਦੀ ਵੈਲੈਂਸੀ ਕੀ ਆਊਗੀ? +1, ਯਾਨੀ ਕਿ ਸੰਯੋਜਕਤਾ ਕੀ ਆਊਗੀ? +1। ਤਾਂ ਇਹ ਕਲੋਰੀਨ ਦੀ ਸੰਯੋਜਕਤਾ ਆ ਗਈ -1। ਹੁਣ ਜਿਹੜੇ ਆਪਾਂ ਕੰਪਾਊਂਡ ਬਣਾਉਣੇ ਹੁੰਦੇ ਆ ਉਹ ਕਿਵੇਂ ਬਣਾਉਣੇ ਹੁੰਦੇ ਆ ਕਿ ਆਪਣੇ ਕੋਲ ਜਿਹੜੇ ਵੀ ਸਿੰਬਲ ਆ ਉਹਨਾਂ ਦੇ ਨੀਚੇ ਉਹਨਾਂ ਦੀ ਸੰਯੋਜਕਤਾ ਲਿਖ ਲਓ। ਸੋਡੀਅਮ ਦੀ ਸੰਯੋਜਕਤਾ ਆ ਗਈ +1, ਕਲੋਰੀਨ ਦੀ ਸੰਯੋਜਕਤਾ ਆ ਗਈ -1। ਇਹਨੂੰ ਕ੍ਰੋਸ ਮਲਟੀਪਲਾਈ ਕਰ ਲਿਆ ਤਾਂ ਕੀ ਬਣ ਗਿਆ? NaCl। ਜਿਵੇਂ ਮੈਂ ਹੋਰ ਐਗਜ਼ਾਮਪਲ ਕਰਵਾ ਦਿੰਦੀ ਹਾਂ, ਜਿਵੇਂ ਐਗਜ਼ਾਮਪਲ ਆ ਆਪਣੇ ਕੋਲੇ ਤੁਹਾਨੂੰ ਲਿਖਿਆ ਆ ਗਿਆ ਫਾਸਫੋਰਸ। ਪਹਿਲਾਂ ਆਪਾਂ ਸਿੰਪਲ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਜਿਵੇਂ ਆਪਾਂ ਨੂੰ ਆਪਸ਼ਨ 'ਚ ਲਿਖਿਆ ਆ ਗਿਆ ਸੋਡੀਅਮ ਹਾਈਡਰੋਕਸਾਈਡ। ਸੋਡੀਅਮ ਹਾਈਡਰੋਕਸਾਈਡ, ਹਾਈਡਰੋਕਸਾਈਡ ਦਾ ਸਿੰਬਲ ਹੁੰਦਾ OH। ਹੁਣ OH ਦੀ ਸੰਯੋਜਕਤਾ ਹੁੰਦੀ ਆ 1 ਅਤੇ ਸੋਡੀਅਮ ਦੀ ਸੰਯੋਜਕਤਾ ਹੁੰਦੀ ਆ 1। ਤਾਂ ਇਹਨਾਂ ਨੂੰ ਕ੍ਰੋਸ ਮਲਟੀਪਲਾਈ ਕਰਾਂਗੇ ਤਾਂ ਫਾਰਮੂਲਾ ਕੀ ਬਣ ਗਿਆ? NaOH। ਮੈਂ ਇੱਕ ਹੋਰ ਐਗਜ਼ਾਮਪਲ ਕਰਵਾਉਂਦੀ ਹਾਂ, ਜਿਵੇਂ ਆਪਣੇ ਕੋਲੇ ਐਗਜ਼ਾਮਪਲ ਹੈਗੀ ਆ ਐਲੂਮੀਨੀਅਮ ਆਕਸਾਈਡ। ਤਾਂ ਐਲੂਮੀਨੀਅਮ ਦਾ ਸਿੰਬਲ ਹੁੰਦਾ Al ਅਤੇ ਆਕਸੀਜਨ ਦਾ ਸਿੰਬਲ ਹੁੰਦਾ O। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਹਨਾਂ ਦੀ ਸੰਯੋਜਕਤਾ ਫਾਈਂਡ ਕਰਨੀ ਪਊਗੀ। ਐਲੂਮੀਨੀਅਮ ਦੀ ਪਰਮਾਣੂ ਸੰਖਿਆ ਹੁੰਦੀ ਆ 13। ਤਾਂ ਕੇ ਸ਼ੈਲ ਵਿੱਚ ਕਿੰਨੇ ਇਲੈਕਟ੍ਰੋਨ ਆ ਗਏ? 2। ਐਲ ਸ਼ੈਲ ਦੇ ਵਿੱਚ 8 ਆ ਗਏ, ਐਮ ਸ਼ੈਲ ਦੇ ਵਿੱਚ 3 ਆ ਗਏ, ਐਨ ਸ਼ੈਲ ਆਪਣਾ ਖਾਲੀ ਪਿਆ। ਹੁਣ ਇਹਨੂੰ 8 ਕੰਪਲੀਟ ਕਰਨ ਲਈ ਜਾਂ ਤਾਂ ਕਿੰਨੇ ਗ੍ਰਹਿਣ ਕਰਨੇ ਪੈਣਗੇ? 5 ਗ੍ਰਹਿਣ ਕਰਨੇ ਪੈਣਗੇ, ਜਾਂ ਆਪਦੇ 3 ਵੀ ਕਿਸੇ ਹੋਰ ਨੂੰ ਦੇ ਦੂਗਾ। ਯਾਨੀ ਕਿ ਹੁਣ 5 ਗ੍ਰਹਿਣ ਕਰਨੇ ਔਖੇ ਆ, ਇਹਦਾ ਮਤਲਬ ਇਹਦੀ ਸੰਯੋਜਕਤਾ ਕਿੰਨੀ ਆ ਗਈ? +3 ਆ ਗਈ। ਯਾਨੀ ਕਿ ਇਹ ਆਪਦੇ 3 ਕਿਹਨੂੰ ਦੇ ਦੂਗਾ? ਕਿਸੇ ਹੋਰ ਨੂੰ ਦੇ ਦੂਗਾ। ਤਾਂ ਆਪਾਂ ਸੰਯੋਜਕਤਾ ਨੀਚੇ ਲਿਖ ਲੈਣੀ ਆ, ਇਹਦੀ ਸੰਯੋਜਕਤਾ ਕਿੰਨੀ ਆ ਗਈ? 3। ਹੁਣ ਸੇਮ ਆਕਸੀਜਨ ਦੀ ਪਰਮਾਣੂ ਸੰਖਿਆ ਕਿੰਨੀ ਹੁੰਦੀ ਆ? 8। ਤਾਂ ਇਹਦੇ ਕੇ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਆ ਗਏ? 2। ਅਤੇ ਐਲ ਦੇ ਵਿੱਚ ਕਿੰਨੇ ਆ ਗਏ? 6। ਐਲ ਦੇ ਵਿੱਚ 6 ਆ ਗਏ। ਹੁਣ ਜਾਂ ਤਾਂ ਇਹ 6 ਆਪਦੇ ਕਿਸੇ ਨੂੰ ਦੇਊਗਾ ਜਾਂ ਕਿੰਨੇ ਗ੍ਰਹਿਣ ਕਰੂਗਾ? 8 ਕੰਪਲੀਟ ਕਰਨ ਲਈ 2 ਗ੍ਰਹਿਣ ਕਰੂਗਾ। ਹੁਣ 2 ਗ੍ਰਹਿਣ ਕਰ ਲਿਆ ਅਤੇ ਇਹਦੀ ਸੰਯੋਜਕਤਾ ਕਿੰਨੀ ਆ ਗਈ? -2। ਤਾਂ ਆਪਾਂ ਸੰਯੋਜਕਤਾ ਨੂੰ ਨੀਚੇ ਲਿਖ ਲੈਣਾ ਅਤੇ ਇਹਨਾਂ ਨੂੰ ਕੀ ਕਰ ਲੈਣਾ? ਕ੍ਰੋਸ ਮਲਟੀਪਲਾਈ। ਹੁਣ ਜਦੋਂ ਆਪਾਂ ਸਿੰਬਲ ਲਿਖਣਾ ਆ ਤਾਂ Al ਦੇ ਆਪਾਂ ਮੂਹਰੇ 2 ਨਹੀਂ ਲਿਖਣਾ, ਆਪਾਂ ਇਹਦੇ ਪੈਰ 'ਚ ਲਿਖਾਂਗੇ 2। ਯਾਨੀ ਕਿ Al ਦੇ ਕਿੰਨੇ ਪਰਮਾਣੂ ਬਣ ਗਏ ਆਪਣੇ ਕੋਲ? 2। ਅਤੇ ਆਕਸੀਜਨ ਦੇ ਕਿੰਨੇ ਬਣ ਗਏ? 3। ਅਤੇ ਇਹ ਆਪਣੇ ਕੋਲ ਕੀ ਆ ਗਿਆ? ਐਲੂਮੀਨੀਅਮ ਆਕਸਾਈਡ ਦਾ ਫਾਰਮੂਲਾ ਆ ਗਿਆ। ਜਦੋਂ ਆਪਾਂ ਰਸਾਇਣਿਕ ਸੂਤਰ ਲਿਖਣਾ ਆ ਤਾਂ ਰਸਾਇਣਿਕ ਸੂਤਰ ਦੇ ਵਿੱਚ ਆਪਾਂ +- ਦੇ ਸਾਈਨ ਨਹੀਂ ਲਿਖਣੇਗੇ, ਇਸ ਚੀਜ਼ ਦਾ ਧਿਆਨ ਰੱਖਣਾ ਆ। ਹੁਣ ਜਿਵੇਂ ਮੈਂ ਸਭ ਤੋਂ ਸੌਖਾ ਮੋਲੀਕਿਊਲ ਕਰਵਾਉਂਦੀ ਹਾਂ, ਵਾਟਰ ਕਿਵੇਂ ਬਣਦਾ ਆ? ਹੁਣ ਆਪਾਂ ਨੂੰ ਦੇਖੋ ਵੀ ਹਾਈਡਰੋਜਨ ਦੇ ਪਰਮਾਣੂ ਸੰਖਿਆ ਕਿੰਨੀ ਆ? 1 ਆ। ਸਿਰਫ ਇਹ ਵਾਲਾ ਇੱਦਾਂ ਦਾ ਆ ਵੀ ਇਹ ਹੁਣ ਆਪਣੇ ਕੋਲ ਇਹਦੀ ਸੰਯੋਜਕਤਾ 1 ਆ। ਤਾਂ ਇਹ ਕੋਸ਼ਿਸ਼ ਕਰੂਗਾ ਵੀ ਜਾਂ ਤਾਂ ਮੈਂ ਆਪਦਾ ਇਹ 1 ਹੀ ਕਿਸੇ ਨੂੰ ਦੇ ਦਾਂ ਜਾਂ ਇੱਕ ਹੋਰ ਗ੍ਰਹਿਣ ਕਰ ਲਾਂ, ਕਿਉਂਕਿ ਕੇ ਸ਼ੈਲ ਦੇ ਵਿੱਚ ਕਦੇ ਵੀ 2 ਇਲੈਕਟ੍ਰੋਨਸ ਤੋਂ ਵੱਧ ਇਲੈਕਟ੍ਰੋਨਸ ਨਹੀਂ ਆ ਸਕਦੇ। ਤਾਂ ਇਹ ਐਲੀਮੈਂਟ ਦੀ ਐਕਸੈਪਸ਼ਨਲ ਕੇਸ ਆ ਵੀ ਇਹ ਆਪਦਾ ਆਕਟੇਟ ਕੰਪਲੀਟ ਨਹੀਂ ਕਰਦਾ, ਕਿਉਂਕਿ ਇਹਦੇ ਵਿੱਚ 8 ਆਪਾਂ ਇਲੈਕਟ੍ਰੋਨਸ ਭਰ ਹੀ ਨਹੀਂ ਸਕਦੇ, ਕਿਉਂਕਿ ਕੇ ਦੇ ਵਿੱਚ ਸਿਰਫ 2 ਇਲੈਕਟ੍ਰੋਨ ਹੀ ਭਰੇ ਜਾ ਸਕਦੇ ਆ। ਤਾਂ ਹਾਈਡਰੋਜਨ ਦੀ ਸੰਯੋਜਕਤਾ ਕਿੰਨੀ ਆ ਗਈ? 1। ਅਤੇ ਆਕਸੀਜਨ ਦੀ ਆਪਾਂ ਹੁਣੇ ਫਾਈਂਡ ਕੀਤੀ ਸੀ ਸੰਯੋਜਕਤਾ ਕਿੰਨੀ ਆਈ ਸੀ? -2। ਤਾਂ ਆਪਾਂ 2 ਲਿਖ ਲਈ। ਤਾਂ ਇਹਨਾਂ ਨੂੰ ਕ੍ਰੋਸ ਮਲਟੀਪਲਾਈ ਕੀਤਾ ਤਾਂ ਕੀ ਬਣ ਗਿਆ? H2O। ਤਾਂ ਇੱਦਾਂ ਆਪਾਂ ਨੂੰ ਕਿਸੇ ਵੀ ਐਲੀਮੈਂਟ ਦਾ ਰਸਾਇਣਿਕ ਸੂਤਰ ਯਾਦ ਕਰਨ ਦੀ ਲੋੜ ਨਹੀਂ, ਸੰਯੋਜਕਤਾ ਦੀ ਮਦਦ ਦੇ ਨਾਲ ਆਪਾਂ ਕੀ ਫਾਈਂਡ ਕਰ ਸਕਦੇ ਹਾਂ? ਉਹਨਾਂ ਦਾ ਰਸਾਇਣਿਕ ਸੂਤਰ ਫਾਈਂਡ ਕਰ ਸਕਦੇ ਹਾਂ। ਨੈਕਸਟ ਹੁਣ ਜਿਵੇਂ ਮੰਨ ਲਓ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਾਂ ਵੀ ਸਿਲੀਕਨ
ਇਹਦਾ ਦੱਸੋ ਤੁਸੀਂ ਵੀ ਕਿੰਨੇ ਇਲੈਕਟ੍ਰੋਨਸ ਹੋਣਗੇ ਉਹਦੀ ਪਹਿਲੀ ਸ਼ੈਲ ਦੇ ਵਿੱਚ, ਕਿੰਨੀ ਉਹਦੀ ਸੰਯੋਜਕਤਾ ਹੋਊਗੀ। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਹਦਾ ਕੀ ਪਤਾ ਹੋਣਾ ਚਾਹੀਦਾ, ਇਹਦੀ ਪਰਮਾਣੂ ਸੰਖਿਆ। ਇਹਦੀ ਪਰਮਾਣੂ ਸੰਖਿਆ ਕਿੰਨੀ ਹੁੰਦੀ ਆ, 14। ਹੁਣ ਇਹਦੀ ਪਰਮਾਣੂ ਸੰਖਿਆ 14 ਆ ਗਈ ਤਾਂ ਇੱਥੋਂ ਤੁਸੀਂ ਕੇ ਸ਼ੈਲ, ਐਲ ਸ਼ੈਲ, ਐਮ ਸ਼ੈਲ, ਐਨ ਸ਼ੈਲ ਦੇ ਵਿੱਚ ਇਲੈਕਟ੍ਰੋਨਸ ਦੇਖ ਲਓਗੇ। ਫਿਰ ਕੀ ਦੇਖ ਲਓਗੇ ਵੀ ਇਹ ਕਿੰਨੇ ਇਲੈਕਟ੍ਰੋਨਸ ਲੀਵ ਕਰ ਸਕਦਾ ਆ ਅਤੇ ਕਿੰਨੇ ਇਲੈਕਟ੍ਰੋਨਸ ਗ੍ਰਹਿਣ ਕਰ ਸਕਦਾ ਆ। ਇੱਦਾਂ ਹੀ ਇੱਕ ਹੋਰ ਇੰਪੋਰਟੈਂਟ ਐਗਜ਼ਾਮਪਲ ਆ ਸੋਡੀਅਮ ਆਕਸਾਈਡ ਦੀ। ਸੋਡੀਅਮ ਆਕਸਾਈਡ ਕਿਵੇਂ ਬਣੂਗਾ, ਹੁਣ ਦੇਖੋ ਸੋਡੀਅਮ, ਹੁਣੇ ਆਪਾਂ ਇਹਦੀ ਸੰਯੋਜਕਤਾ ਫਾਈਂਡ ਕੀਤੀ ਸੀ, ਕਿੰਨੀ ਆਈ ਸੀ, 1। ਆਕਸਾਈਡ ਦਾ ਮਤਲਬ ਦੂਜਾ ਕੰਪਾਊਂਡ ਕੀ ਹੋਊਗਾ, ਆਕਸੀਜਨ, ਅਤੇ ਆਕਸੀਜਨ ਦੀ ਸੰਯੋਜਕਤਾ ਕਿੰਨੀ ਹੁੰਦੀ ਆ, -2। ਅਤੇ ਇਹ ਕ੍ਰੋਸ ਮਲਟੀਪਲਾਈ ਹੋ ਕੇ ਫਾਰਮੂਲਾ ਕੀ ਬਣ ਗਿਆ, Na2O। ਤਾਂ ਇਹ ਸ਼ਾਰਟਕਟ ਮੈਥਡ ਸੀ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਵੀ ਰਸਾਇਣਿਕ ਸੂਤਰ ਲਿਖਣ ਦਾ ਮੈਂ ਕਰਵਾ ਦੂੰਗੀ। ਅਤੇ ਉਹਦੇ ਨਾਲ ਹੀ ਮੈਂ ਤੁਹਾਨੂੰ ਮੈਟਲ ਚੈਪਟਰ ਟੋਪਿਕ ਸਟਾਰਟ ਕਰਵਾਤਾ। ਮੈਟਲ ਟੋਪਿਕ ਦੀਆਂ ਇਹ ਸਾਰੀਆਂ ਫਿਜ਼ੀਕਲ ਪ੍ਰੋਪਰਟੀਜ਼ ਸੀਗੀਆਂ। ਇਸ ਤੋਂ ਬਾਅਦ ਮੈਂ ਇਹਨਾਂ ਦੀਆਂ ਕੈਮੀਕਲ ਪ੍ਰੋਪਰਟੀਜ਼ ਕਰਵਾਉਂਗੀ, ਕੀ ਇਹਨਾਂ ਦੀਆਂ ਪ੍ਰੋਪਰਟੀਜ਼ ਨੇ। ਅਤੇ ਇਹ ਸਾਰੇ ਤੁਸੀਂ ਜਿਹੜੇ ਆ ਰਸਾਇਣਿਕ ਸੂਤਰ ਵਾਲਾ ਮੋਸਟ ਇੰਪੋਰਟੈਂਟ ਹੈ, ਇਹ ਤੁਹਾਨੂੰ ਬਣਾਉਣੇ ਆਉਣੇ ਚਾਹੀਦੇ ਨੇ, ਕਿਉਂਕਿ ਆਪਾਂ ਇੰਨੇ ਮਤਲਬ ਫਾਰਮੂਲੇ ਨਹੀਂ ਯਾਦ ਕਰ ਸਕਦੇ। ਤਾਂ ਉਹਦੇ ਨਾਲ ਬੈਟਰ ਮੈਥਡ ਕੀ ਹੈ ਕਿ ਆਪਾਂ ਇਹਦਾ ਵੇ ਹੀ ਸਿੱਖ ਲਈਏ ਕਿ ਕਿੱਦਾਂ ਬਣਾਉਣੇ ਆ। ਹੁਣ ਤੁਹਾਡਾ ਹੋਮਵਰਕ ਆ, ਤੁਸੀਂ ਬਣਾ ਕੇ ਦੇਖਣੇ ਆ। ਮੈਂ ਤੁਹਾਨੂੰ 2 ਜਾਂ 3 ਕੰਪਾਊਂਡ ਦੇ ਦਿੰਦੀ ਹਾਂ। ਪਹਿਲਾ ਕੰਪਾਊਂਡ ਆ ਕਾਪਰ ਸਲਫੇਟ। ਪਹਿਲਾ ਕੰਪਾਊਂਡ ਆ ਕਾਪਰ ਸਲਫਾਈਟ। ਕਾਪਰ ਦਾ ਸਿੰਬਲ ਹੁੰਦਾ Cu ਅਤੇ SO4 ਦਾ ਹੁੰਦਾ ਸਲਫੇਟ ਦਾ। ਸੈਕਿੰਡ ਆਪਣੇ ਕੋਲ ਬਣਾਉਣੇ ਆ ਤੁਸੀਂ ਸੋਡੀਅਮ ਕਲੋਰਾਈਡ। ਸੋਡੀਅਮ ਕਲੋਰਾਈਡ। ਥਰਡ ਤੁਸੀਂ ਬਣਾਉਣਾ ਆ ਮੈਗਨੀਸ਼ੀਅਮ ਆਕਸਾਈਡ। ਮੈਗਨੀਸ਼ੀਅਮ ਆਕਸਾਈਡ। ਹੁਣ ਇਹਨਾਂ ਦੇ ਤਾਂ ਸਿੰਬਲ ਤੁਹਾਨੂੰ ਕਲੀਅਰ ਹੀ ਨੇ। ਇੰਗਲਿਸ਼ 'ਚ ਵੀ ਇਹਦਾ ਸਿੰਬਲ ਕੀ ਆ, Mg। ਇਹਦਾ ਕੀ ਆ, ਆਕਸੀਜਨ। ਪਰਮਾਣੂ ਸੰਖਿਆ ਦੀ ਹੈਲਪ ਨਾਲ ਤੁਸੀਂ ਇਹਦੇ ਰਸਾਇਣਿਕ ਸੂਤਰ ਬਣਾਉਣੇ ਟਰਾਈ ਕਰਨੇ ਨੇ। ਅਤੇ ਮੇਰਾ ਚੈਨਲ ਜਿਹਨੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਆਉਣ ਵਾਲੀਆਂ ਵੀਡੀਓਜ਼ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਦੇ ਰਿਹਾ ਕਰੋ। ਥੈਂਕਸ। ਹੈਵ ਅ ਨਾਈਸ ਡੇ।